ਵਾਹਿਗੁਰੂ ਜੀ। जैसे बृथावंत जंत पूछे वैद वैद प्रत, जाओलो ना रोग मिटत तावला बिललात हैं। जैसे भीख भीख तुमगारी फिरत, जैसे भीख भीख मांगत फिरत, तौलो नहीं आवे चैन जौलो ना अघात है। जैसे बिरहणी सन सौण सगन लगन सोधा जौलो ना पुधार भेटा तौलों अकुलात हैं। पैसे खोजी खोजे अल कमल कमल गत, जौलो न परम पद संपट समात हैं। आया तांका सफल है पर उपकारी होए, दुख सहाय सिर अपना सुखदाई सब कोए। वाहिगुरु जी का खालसा वाहिगुरु जी की फतेह। परम सन्मान योग गुरु की साजी नवाजी खालसा साध संगत जी, धन सतगुरु गुरु अमरदास पातशाह जी के चरण छोह प्राप्त पवित्र अस्थान गुरुद्वारा गुरशरण साहिब विखे एकत्र होए हैं और छावनी दल बाबा विधि चंद साहिब जी ਗਿਆਨੀ ਬਰਿਆਮ ਸਿੰਘ ਜੀ ਜੋ ਇੱਥੇ ਗੁਰਮਤਿ ਵਿਦਿਆਲਾ ਚਲਾ ਰਹੇ ਨੇ, ਬੱਚਿਆਂ ਨੂੰ ਸੁੱਧ ਬਾਣੀ ਦੀ ਸੰਥਾ ਔਰ ਕੀਰਤਨ ਸਿਖਾ ਰਹੇ ਨੇ। ਕਿਉਂਕਿ ਅੱਜ ਕੱਲ੍ਹ ਦਾ ਦੌਰ ਐਸਾ ਹੈ ਜਦੋਂ ਦੇ ਪਦਸ਼ੇਪ ਸਰੂਪ ਛਪ ਗਏ ਨੇ, ਕੋਈ ਗੁਰਬਾਣੀ ਦੀ ਮਿਹਨਤ ਨਹੀਂ ਕਰਦਾ। ਪੁਰਾਣੇ ਸਮਿਆਂ ਦੇ ਵਿੱਚ ਮੈਂ ਵੀ ਸਕੂਲ ਦਾ ਨਹੀਂ ਪੜ੍ਹਿਆ, ਜ਼ਮੀਨ 'ਤੇ ਹੱਥ ਫੇਰ ਕੇ ਜਗ੍ਹਾ ਸਾਫ਼ ਕਰਕੇ 35 ਅੱਖਰ ਲਿਖਣੇ, ਫਿਰ ਲਗਾ ਮਾਤਰਾ ਪਕਾਉਣੀਆਂ ਜਿਹਨੂੰ ਮੁਹਾਵਰੀ ਕਹਿੰਦੇ ਨੇ। ਉਹ ਸਾਰੀਆਂ ਸਿਹਾਰੀਆਂ ਬਿਹਾਰੀਆਂ ਔਂਕਲ ਦੜੈਂਕਲੇ ਦਲਾਈਆਂ ਲਾਂ ਕੰਨਾ ਕੰਨੇ ਤੇ ਬਿੰਦੀ, ਇਹ ਸਾਰੀਆਂ ਆਜਾਂ ਸਿੱਖਣੀਆਂ। ਫਿਰ 5 ਗ੍ਰੰਥੀ 22 ਵਾਰਾਂ ਭਗਤਾਂ ਦੀ ਬਾਣੀ, ਭਾਈ ਗੁਰਦਾਸ ਜੀ ਦੀਆਂ ਵਾਰਾਂ, ਸਵਈਏ ਕਵਿੱਤ, ਫਿਰ ਭਾਗਾਂ ਤੇ ਸੰਥਿਆ ਕਰਨੀ ਤੇ ਲੜੀਵਾਰ ਸਰੂਪਾਂ ਤੇ ਸੰਥਿਆ ਹੋਣੀ। ਇਹ ਜਿਹਨੇ ਵੀ ਪਦਛੇਦ ਸਰੂਪ ਦੀ ਕਾਢ ਕੱਢੀ ਹੈ ਉਹਨੇ ਬਹੁਤ ਵੱਡਾ ਪਾਪ ਕੀਤਾ ਹੈ। ਪਾਪ ਬੇਸ਼ੱਕ ਘਰਾਂ ਵਿੱਚ ਪਾਠ ਹੁਣ ਸਾਰੇ ਬੀਬੀਆਂ ਭੈਣਾਂ ਬੱਚੇ ਕਰ ਲੈਂਦੇ ਨੇ, ਪਰ ਬਾਣੀ ਦਾ ਬੋਧ ਨਹੀਂ, ਬਾਣੀ ਦਾ ਗਿਆਨ ਨਹੀਂ। ਜੇ ਪਦਛੇਦ ਸਰੂਪ ਲਿਖਣਾ ਹੁੰਦਾ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਵੀ ਲਿਖ ਸਕਦੇ ਸੀ। ਅਮਰੀਕਾ ਵਿੱਚ ਇੱਕ ਕਿਤਾਬ ਲਿਖ ਰਿਹਾ, ਉਹ ਲਿਖ ਰਿਹਾ ਗੁਰੂ ਗ੍ਰੰਥ ਸਾਹਿਬ ਪਦਛੇਦ ਕੇ ਲੜੀਵਾਰ। ਉਹ ਇਹਦੇ ਤੇ ਬਹੁਤ ਵੱਡੇ ਆਪਣੇ ਵਿਚਾਰ ਲਿਖ ਰਿਹਾ। ਗੁਰੂ ਸਾਹਿਬ ਨੇ ਪਦਛੇਦ ਕਿਉਂ ਨਹੀਂ ਲਿਖਿਆ, ਲੜੀਵਾਰ ਕਿਉਂ ਲਿਖਿਆ?
ਇਹਦੇ ਵਿੱਚ ਕੁਝ ਭੇਦ ਨੇ, ਕੋਈ ਸਮਝਣ ਵਾਲੀਆਂ ਗੱਲਾਂ ਨੇ ਕਿ ਸਭ ਤੋਂ ਪਹਿਲਾਂ ਤਾਂ ਪਾਠ ਉਹ ਕਰੇਗਾ ਜਿਹੜਾ ਕਿਸੇ ਗੁਰਮੁਖ ਤੋਂ ਜਾ ਕੇ ਗੁਰਮੁਖੀ ਅੱਖਰ ਪੜ੍ਹੇਗਾ। ਰਹਿਤਨਾਮੇ ਤੇ 100 ਸਾਖੀਆਂ ਦੇ ਬਚਨ ਨੇ, ਗੁਰਮੁਖੀ ਅੱਖਰ ਜੋ ਹੈ ਭਾਈ, ਸਿੰਘ ਸਿੰਘ ਤੇ ਸਿੱਖੇ ਜਾਈ। ਸਿੱਖ ਸਿੱਖਣੀ ਮਿਲ ਬਾਹੇ, ਚਰਚਾ ਕਰੇ ਅਪਾਰ। ਭਜਨ ਸਕਾਏ ਪੁੱਤਰ ਕੋ ਹਰ ਭਜ ਬਾਰੰਗਬਾਰ। ਮਾਤਾ ਪਿਤਾ ਗੁਰਮੁਖੀ ਅੱਖਰ ਸਿਖਾਉਣ, ਫਿਰ ਕਿਸੇ ਚੰਗੇ ਜੀਵਨ ਵਾਲੇ ਤੋਂ ਵਿਦਿਆ ਪੜ੍ਹਾਉਣ ਤੇ ਉਹ ਪਾਠ ਕਰੇ ਜਿਹਨੂੰ ਪਾਠ ਦੀ ਬੋਧ ਹੋਵੇ, ਕੋਈ ਸਮਝ ਹੋਵੇ। ਦੂਸਰਾ ਜਿਹੜਾ ਲੜੀਵਾਰ ਸਰੂਪ ਦੇ ਪਾਠ ਕਰਨਾ, ਇੱਕ ਤੇ ਸਾਰੇ ਨਹੀਂ ਕਰ ਸਕਦੇ। ਜਿਹੜਾ ਸੰਥਾ ਕਰੂ ਪੜੂ ਉਹ ਹੀ ਕਰੂ ਇੱਕ। ਦੂਜਾ ਲੜੀਵਾਰ ਸਰੂਪ ਤੇ ਬੰਦਾ ਧਿਆਨ ਤੇ ਬਿਰਤੀ ਜੋੜ ਕੇ ਪਾਠ ਕਰੂ, ਕਿਉਂਕਿ ਬਿਰਤੀ ਤੇ ਧਿਆਨ ਜਦੋਂ ਉਖੜਿਆ ਨਾ ਉਦੋਂ ਪੰਕਤੀਆਂ ਉਖੜ ਜਾਂਦੀਆਂ, ਕਿਉਂਕਿ ਜੁੜਵੇਂ ਅੱਖਰ ਨੇ, ਪਦਛੇਦ ਤੇ ਉਹਦੀ ਖੇਚਲ ਨਹੀਂ ਹੁੰਦੀ। ਇੱਕ ਕਈ ਪਾਠ ਨੇ ਜਿਹੜੇ ਅੱਜ ਕੱਲ੍ਹ ਪਦਛੇਦ ਵਿੱਚ ਅੱਖਰ ਇੱਧਰ ਉੱਧਰ ਲਾ ਕੇ ਆਪਣੀ ਵਿਦਵਾਨੀ ਘੋਟੀ ਹੈ। ਵਿਦਵਾਨਾਂ ਨੇ ਆਪਣੇ ਆਪ ਨੂੰ ਚੰਗਾ ਵਿਦਵਾਨ ਵਿਖਾਉਣ ਵਾਸਤੇ, ਜੇ ਅਸੀਂ ਚੰਗੇ ਤੋਂ ਪੜ੍ਹਦੇ, ਜਿਸ ਤਰ੍ਹਾਂ ਟਕਸਾਲਾਂ ਚੱਲੀਆਂ, ਕਲਗੀਧਰ ਜੀ ਨੇ ਜੋ ਪੜ੍ਹਾਇਆ ਅੱਗੇ ਪੜ੍ਹਾ ਰਹੇ ਨੇ, ਭਾਈ ਮਨੀ ਸਿੰਘ ਸਾਹਿਬ ਦੀ ਟਕਸਾਲ ਹੈ, ਉਸੇ ਤਰ੍ਹਾਂ ਅਸੀਂ ਉਹਨਾਂ ਪਾਠਾਂ ਦਾ ਉਚਾਰਨ ਕਰਦੇ। ਤੇ ਮਤਭੇਦ ਨਾ, ਹੁਣ ਮਤਭੇਦ ਵੀ ਹੈ ਨਾ, ਹੁਣ ਕੋਈ ਪਾਠ ਕਰਦਾ ਹੈ, ਕੋਈ ਪਾਠ ਕਰਦਾ ਹੈ, ਅੱਖਰ ਇੱਧਰ ਉੱਧਰ ਲਾਉਂਦੇ ਨੇ। ਇਹ ਕਈ ਕਾਰਨ ਕਰਕੇ ਗੁਰੂ ਸਾਹਿਬ ਨੇ ਲੜੀਵਾਰ ਸਰੂਪ ਲਿਖੇ ਸੀ। ਤੇ ਇੰਜ ਪ੍ਰਤੀਤ ਹੁੰਦਾ ਹੈ ਵੀ ਹੋਰ ਖਲੋ ਜਾਈਏ 20-30 ਸਾਲ ਤੇ ਚੰਗਾ ਪਾਠੀ ਵੀ ਨਹੀਂ ਲੱਭਣਾ ਤੇ ਚੰਗਾ ਗਿਆਨੀ ਵੀ ਨਹੀਂ ਲੱਭਣਾ, ਕਿਉਂਕਿ ਹੁਣ ਕਿਤਾਬਾਂ ਬੜੀਆਂ ਛਪ ਗਈਆਂ। ਕੋਈ 4 ਪੁਸਤਕਾਂ ਦਾ ਗਿਆਨੀ, ਕੋਈ 5 ਦਾ ਗਿਆਨੀ, ਪਰ ਅਰਥਬੋਧ ਨਹੀਂ। ਅਰਥਬੋਧ ਪੜ੍ਹਨ ਵਾਸਤੇ ਸਾਰ ਕਿਤਾਬਲੀ, ਭਾਵਰ ਸਿਮਰਤ, ਵਿਚਾਰ ਮਾਲ, ਅਧਿਆਤਮ ਪ੍ਰਕਾਸ਼ ਗ੍ਰੰਥ ਤਾਂ ਅੱਗੇ ਬੜੇ ਨੇ, ਵਿਚਾਰ ਸਾਗਰ, ਲਘੂ ਕੌਮ, ਜੋ ਮਰਜੀ ਪੜ੍ਹ ਲਵੇ, ਪਰ 4 ਹੀ ਪੜ੍ਹ ਲਵੇ ਤੇ ਕੋਈ ਸਮਝ ਆ ਜਾਂਦੀ ਹੈ। ਹੁਣ ਪੰਕਤੀ ਆ ਜਾਏ, ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ, ਕਵਨ ਬੁਝੇ ਵਿਦਦਾਨੇ। ਜੇ ਵਿਦਾਂਤ ਨਹੀਂ ਪੜ੍ਹਿਆ ਤੇ ਅਰਥ ਨਹੀਂ ਖੋਲ ਸਕਦਾ। ਜੇ ਭਰਮ ਦੀ ਪੰਕਤੀ ਆ ਗਈ ਹੈ ਤੇ ਭਰਮ ਦੇ ਅਰਥ ਕੀ ਕਰੇਗਾ ਜੇ ਵਿਦਾਂਤ ਨਹੀਂ ਪੜ੍ਹਿਆ? ਭਰਮ ਕਿੰਨੇ ਪ੍ਰਕਾਰ ਦਾ ਹੈ, ਭਰਮ ਆਂਦੇ ਕਿਹਨੂੰ ਨੇ? ਫੈਸਲਾ ਵੀ ਬੇਸ਼ੱਕ ਬਾਣੀ ਵਿੱਚ ਹੀ ਕੀਤਾ ਹੈ, ਪਰ ਉਹਨੂੰ ਖੋਲ੍ਹਣ ਵਾਸਤੇ ਇਹਨਾਂ ਵਿਦਿਆ ਦੀ ਬੜੀ ਅਤੀ ਜ਼ਰੂਰਤ ਹੈ। ਹੁਣ 5 ਪ੍ਰਕਾਰ ਦਾ ਭਰਮ ਹੈ। ਭੇਦ ਭਰਮ, ਕਰਤੱਤ ਭਰਮ, ਪੁੰਨ ਸੰਗ ਭਰਮ ਵਿਕਾਰ, ਬ੍ਰਹਮ ਇਤਰ ਜਗ ਸਤ ਹੈ, ਪੰਚੋ ਭਰਮ ਸੰਸਾਰ। ਇਹ 5 ਸੰਸਾਰ ਵਿੱਚ ਭਰਮ ਨੇ ਤੇ ਨਿਵਰਤੀ ਵਾਸਤੇ ਵੀ ਇੱਕ ਦੋਹਰਾ ਹੀ ਹੈ। ਬਿੰਬ ਪ੍ਰਤੀਬਿੰਬ, ਲੋਹਤ ਸਫਟਕ, ਘਟਾ ਆਕਾਸ ਗੁਣ ਮਾਰ, ਕਨਕ ਕੁੰਡਲ ਦ੍ਰਿਸ਼ਟਾਂਤ ਦੇ ਪੰਚੋ ਭਰਮ ਨਿਵਾਰ। ਮੇਰੇ ਕੋਲ ਸਮਾਂ ਨਹੀਂ, ਮੈਂ ਖੋਲਾਂ। ਇਹਨਾਂ 5 ਭਰਮਾਂ ਦੀ ਨਿਵਰਤੀ ਵੀ ਦੱਸੀ ਹੈ ਵਿਧਾਨ ਦੇ ਵਿੱਚ। ਹੁਣ ਭਰਮ ਤੇ ਭਰਮ ਹੀ ਹੈ, ਪਰ ਉਹਦੀ ਤਹਿ ਤੱਕ ਜਾਣਾ ਹੈ ਭਰਮ ਹੁੰਦਾ ਕਿਉਂ ਹੈ, ਇਹ ਕਿਹਨੂੰ ਭਰਮ ਕਹਿੰਦੇ ਨੇ, ਫਿਰ ਤੇ ਕੁਝ ਪੜ੍ਹਨਾ ਪਊਣਾ। ਜਿਹਦੇ ਭਰਮ ਦੀ ਆਖ ਕੇ ਗੱਲ ਕਥਾ ਕਰਕੇ ਅੱਗੇ ਲੰਘ ਜਾਗੇ, ਗੱਲ ਨਹੀਂ ਬਣੇਗੀ। ਨਰੋਈ ਵਿਦਿਆ ਲੈਣ ਤੋਂ ਵੈਸੇ ਵੀ ਲੋਕ ਕਤਰਾਉਂਦੇ ਨੇ, ਕੌਣ ਮੱਥਾ ਮਾਰੇ, ਕੌਣ ਪੜ੍ਹੇ। ਇਹ ਗੱਲ ਕਹਿ ਕੇ ਜਿਹੜਾ ਬੋਲਣ ਲੱਗ ਪੈਂਦਾ ਹੈ ਬਸ ਉਹ ਗਿਆਨੀ ਬਣ ਜਾਂਦਾ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਆ ਜਦੋਂ ਇੰਦਰਾ ਗਾਂਧੀ ਨੂੰ ਸੋਧਾ ਲੱਗਾ, ਮੈਂ ਦਿੱਲੀ ਆਇਆ ਸੀ ਤੇ ਆਰਾ ਕੰਸ਼ਾ ਰੋਡ ਤੇ ਗੁਰਦੁਆਰਾ ਹੈ, ਉਹ ਕਹਿਣ ਲੱਗੇ ਬਾਬਾ ਜੀ ਇੱਥੇ ਤੁਸੀਂ ਵਿਹਲੇ ਜੇ, ਚਲੋ ਹੁਣ ਖੁੱਲ੍ਹ ਗਿਆ ਤੇ ਤੁਹਾਨੂੰ ਇਹਦੇ ਕਥਾ ਕਰਾਇਆ ਕਰੀਏ।
मैं उन्होंने नाल चले गया। मैं चल रहना 15 दिन हाज़री भर लांगे। वो कहिंदे जी साडा ज्ञानी आ गया। मैं कहा बड़ी चंगी गल, तुहाडे ज्ञानी की कथा सुन लेने भी की सुनाउंदा। कुछ मिलता ही है ना, किसी सियाणे तो सुनी है तो मिलता ही है। नानक प्रकाश की कथा चल रही सी ते उहदे विच महाराज लुकन विची खेडदे ने सिद्धां दे नाल ते ओह कोना दे विच जाके लुकदे ने ते महाराज उन्हां लभदे ने। 10 दिशा ने ना गुरबाणी विच आउंदियां। 4 कुंट दह दृश परमे थक आए प्रभ की शाम। वो 10 दिशा किहड़ियां ने? ਉਹਨੇ उत्तर दखण पूरब पश्चिम आकाश ते पताल 6 ते 4 ਕਿਹੜੀਆਂ? ਇਹਨਾਂ ਦੀਆਂ ਨੁਕਰਾਂ। ਹੁਣ ਕਮਰੇ ਦੇ 4 ਪਾਸੇ ਆ ਤੇ ਮੈਂ ਨੁਕਰਾਂ ਵੀ ਦੀਆਂ ਨਾ। ਉਹਨੂੰ ਕਹਿੰਦੇ ਅਗਨ ਕੌਣ, ਵਾਇਮ ਕੌਣ, ਈਸ਼ਾਨ ਕੌਣ, ਨੈਰਤ ਕੌਣ। ਤੇ ਪੰਕਤੀ ਤੇ ਆ ਰਹੀ ਸੀ ਭੰਗਰਨਾਥ ਅਗਨ ਕੋਂਡ ਵਿੱਚ ਜਾ ਕੇ ਲੁਕ ਗਿਆ ਤੇ ਉਹ ਗਿਆਨੀ ਜੀ ਆਂਦੇ ਭੰਗਰਨਾਥ ਅਗਨੀ ਦੇ ਕੁੰਡ 'ਚ ਵੜ ਗਿਆ। ਹੁਣ ਬੜਾ ਫਰਕ ਹੈ ਅੱਗ ਵਿੱਚ ਵੜਨ ਦਾ, ਕਿਸੇ ਪਾਸੇ ਲੁਕਣ ਦਾ ਬੜਾ ਫਰਕ ਹੈ। ਉਹ ਕਹਿੰਦੇ ਜੀ 10 ਮਿੰਟ ਤੁਸੀਂ ਸੁਣਾਓ। ਮੈਂ 10 ਮਿੰਟ ਜਦੋਂ ਬੋਲਿਆ ਤੇ ਕਹਿੰਦੇ ਜੀ ਤੁਸੀਂ ਕੀ ਲਓਗੇ? ਮੈਂ ਕਿਹਾ ਇਹ ਲੈਣ ਵਾਲੇ ਨਹੀਂ ਗਏ, ਅਸੀਂ ਤਾਂ ਸੇਵਾਦਾਰ ਵਿਦਿਆਰਥੀਆਂ ਨੂੰ ਪੜ੍ਹਾਉਣੇ ਆ, ਕਦਾ ਕਰਦੇ ਆ ਤੇ ਕੋਈ ਏਡੀ ਇੱਛਾ ਨਹੀਂ। ਮੈਂ ਇਹਨੂੰ ਕੀ ਦਿੰਦੇ ਜੀ? 84 ਦੀ ਗੱਲ ਹੈ। ਕਹਿੰਦੇ ਇਹਨੂੰ 350 ਰੁਪਈਆ ਦਿੰਦੇ। ਮੈਂ ਬੜਾ ਫੇਟਾ ਤੁਹਾਡੇ, ਇਹ ਵਧੀਆ ਨਹੀਂ ਤੁਸੀਂ ਸੁਣਾਓ। ਮੈਂ ਕਿਹਾ ਨਹੀਂ ਇਹਨੂੰ ਤੁਸੀਂ ਰੱਖੋ, ਇਹ ਪਰਿਵਾਰ ਵਾਲਾ, ਇਹਨੂੰ ਰੱਖੋ, ਇਹਨੂੰ ਪੈਸੇ ਜ਼ਿਆਦਾ ਦਿਆ ਕਰੋ ਇਹਨੂੰ। ਮੇਰੇ ਕਹਿਣ ਦਾ ਮਤਲਬ ਹੈ ਵੀ ਜਿੰਨਾ ਚਿਰ ਵਿਦਿਆ ਪੜ੍ਹੀ ਨਹੀਂ ਨਾ, ਇੱਕ ਅਭਿਆਸ ਬੜਾ ਕਰਨਾ ਪੈਂਦਾ। ਸਹਿਸ ਗੁਣਾ ਵਿਦਿਆ ਵਸੇ ਪੁਣਾ ਪੁਣਾ ਅਭਿਆਸ। ਹੁਣ ਜਿਹੜਾ ਗੁਰਪ੍ਰਤਾਪ ਸੂਰਜ ਗ੍ਰੰਥ ਹੈ, ਇਹਨੂੰ ਨਾਂ ਕਿਉਂ ਰੱਖਿਆ? ਇਸੇ ਗੱਲ ਨੂੰ ਆਪਾਂ ਲੈ ਲਈਏ ਕਿਉਂਕਿ ਗੁਰੂ ਦਾ ਪ੍ਰਤਾਪ ਜਸ ਵਡਿਆਈ ਸੂਰਜ ਨਾਲ ਘਟਾ ਕੇ ਗੁਰੂ ਨੇ ਲਿਖੀ ਹੈ, ਮੇਲ ਕੇ। ਸੂਰਜ 12 ਰਾਸਾਂ ਵਿੱਚ ਫਿਰਦਾ। ਇਸ ਗ੍ਰੰਥ ਦੀਆਂ 12 ਰਾਸਾਂ ਨੇ। 6 ਰੁੱਤਾਂ ਨੇ, ਹਰ 2 ਮਹੀਨਿਆਂ ਦੀ ਇੱਕ ਰੁੱਤ ਹੈ। 6 ਰੁੱਤਾਂ ਇਸ ਗ੍ਰੰਥ ਦੀਆਂ ਲਿਖੀਆਂ ਨੇ। ਸੂਰਜ ਦੇ 2 ਘਰ ਨੇ, ਉਤਰਾਇਣ ਤੇ ਦੁਖਰਾਇਣ, ਚੜ੍ਹਦਾ ਤੇ ਡੁੱਬਦਾ। ਇਸ ਗ੍ਰੰਥ ਵਿੱਚ 2 ਐਨ ਲਿਖੇ ਨੇ। ਸੂਰਜ ਦੀਆਂ ਮੇਨ 1330 ਕਿਰਨਾਂ ਨੇ, ਮੇਨ ਵੱਡੀਆਂ, ਜਿਹੜੀ ਇੱਕ ਇੱਕ ਦੇ ਵਿੱਚੋਂ ਕਰੋੜਾਂ ਹੀ ਅੱਗੇ ਕਿਰਨਾਂ ਨਿਕਲਦੀਆਂ ਨੇ, ਪਰ ਮੇਨ 1330 ਨੇ। ਤੇ 1330 ਅਧਿਆਇ ਲਿਖੇ ਨੇ। ਨਾਨਕ ਪ੍ਰਕਾਸ਼ ਦੇ 130 ਤੇ 1200 ਗੁਰਪ੍ਰਤਾਪ ਦਾ। ਐ ਘਟਾ ਕੇ ਪੂਰਾ ਕਵੀ ਜੀ ਨੇ ਇਹ ਗ੍ਰੰਥ ਜਿਹੜਾ ਹੈ ਇਹ ਲਿਖਣਾ ਕੀਤਾ ਹੈ। ਮੇਰੇ ਕਹਿਣ ਤੋਂ ਮਤਲਬ ਇਹ ਹੈ ਕਿ ਜਿੱਥੇ ਆਪਾਂ ਹੋਰ ਬੜਾ ਜ਼ੋਰ ਦਿੰਦੇ ਆ ਨਾ, ਉੱਥੇ ਆਉਣ ਵਾਲੀ ਪੀੜ੍ਹੀ ਨੂੰ ਗੁਰਮਤ ਦਾ ਮਨਮਤੀਆਂ ਨੂੰ ਜਵਾਬ ਦੇਣ ਵਾਸਤੇ ਹੋਰ ਬੋਲੀਆਂ ਵੀ ਪੜ੍ਹੋ। ਕਲਗੀਧਰ ਪਾਤਸ਼ਾਹ ਜੀ ਨੇ 10ਮ ਗ੍ਰੰਥ ਲਿਖਿਆ ਹੈ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖ ਕੇ ਵਾਧੀ ਸ਼ਾਹੀ ਤੇ ਕਲਮਾਂ ਲਿਖਣ ਸਰ ਵਿੱਚ ਸੁੱਟੀਆਂ ਨਾ, ਤੇ ਮਹਾਰਾਜ ਕਹਾ ਜਿਹੜਾ ਮੋਟੀ ਬੁੱਧੀ ਵਾਲਾ ਵੀ ਸਿੱਖ ਇੱਥੇ ਆ ਕੇ ਪੜ੍ਹੇਗਾ ਨਾ ਤੇ 35 ਅੱਖਰ ਲਿਖ ਦੇਵੇਗਾ ਗੁਰਮੁਖੀ ਦੀ, ਉਹਨੂੰ ਗੁਰਮੁਖੀ ਆ ਜਾਵੇਗੀ। ਉੱਥੇ ਵੇਖਿਆ ਤੁਸੀਂ ਖੁਰਲੀਆਂ ਜਿਹੀਆਂ ਬਣੀਆਂ, ਰੇਤ ਸੁੱਟੀ ਹੈ, ਉੱਥੇ ਜਾ ਕੇ ਹੱਥ ਮਾਰ ਕੇ ਤੇ ਉਡਾ ਸਾਰਾ ਲਿਖਦੇ ਨੇ। ਗੁਰੂ ਨੇ ਸੁਪਨਾ ਕਿਉਂ ਲਿਆ? ਐਸੀਆਂ ਬਾਣੀਆਂ ਕਿਉਂ ਲਿਖੀਆਂ? ਮੇਰਾ ਸਿੱਖ ਹਰ ਇੱਕ ਬੋਲੀ ਤੋਂ ਜਾਣੂ ਹੋਵੇ, ਅਨਮਤੀਏ ਦੀ ਗੱਲ ਦਾ ਜਵਾਬ ਦੇ ਸਕੇ। ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸ਼ਬਦ ਨੇ ਸੰਸਕ੍ਰਿਤ ਦੇ, ਫਾਰਸੀ ਦੇ, ਗੂਜਰੀ ਰਾਗ ਅੰਦਰ ਜੈਦੇਵ ਦਾ ਪਤਾ ਹੈ। ਜਿਹੜੇ ਤਾਂ ਪੜ੍ਹਦੇ ਉਹਨਾਂ ਤੇ ਕਹਿਣਾ ਠੀਕ ਹੈ, ਦੂਜਾ ਕਹਿਣਾ ਗਿਆਨੀ ਝੂਠ ਮਾਰਦਾ ਸੀ ਕਿ ਸੁਣਿਆ ਹੀ ਨਹੀਂ ਪਾਠੀਆਂ ਤੋਂ। ਜੇ ਪਾਠੀ ਨੂੰ ਨਹੀਂ ਆਉਂਦਾ ਤੇ ਗਿਆਨੀ ਦਾ ਕੀ ਕਸੂਰ ਹੈ? ਉਹ ਠੁਮਰੀ ਦੀ ਚਾਲ ਹੈ। ਲਿਖਿਆ ਪ੍ਰਮਾਦ ਪੁਰਖ ਮਨੋਪਿਮੰ ਸਤਿਆਦ ਭਾਵ ਰਤੰ ਪਰਮਦ ਪੁਤੰ ਪ੍ਰਕਿਰਤ ਪਰੰ ਜਦ ਚਿੰਤ ਸਰਬ ਗਤੰ ਕੇਵਲ ਰਾਮ ਨਾਮ ਮਨੋਰਮੰ।
ਬਦ ਅੰਮ੍ਰਿਤ ਤਤ ਮਯੰਗ ਨਾ ਦਨੋਤ ਜਾ ਸਵਰਨੇਨ। ਜਨਮ ਜਰਾਦ ਮਰਾ ਭਯੰ, ਠੁਮਰੀ ਦੀ ਚਾਲ ਇਹਨੂੰ ਕਹਿੰਦੇ ਨੇ। ਰਾਗਾਂ ਵਿੱਚ ਗੁਰੂ ਨੇ ਬਾਣੀ ਲਿਖੀ ਹੈ, ਸਤਪੁਰਖਾਂ ਭਗਤਾਂ ਨੇ ਵੀ ਉਚਾਰੀ ਹੈ। ਗੁਰੂ ਨਾਨਕ ਸਾਹਿਬ ਦਾ ਸ਼ਬਦ ਪੜ੍ਹ ਲਓ, ਯਕ ਅਰਜ ਗੁਫਤਮ ਪੇਸ਼ ਤੋ। ਉੱਥੇ ਪੇਸ਼ ਕਰਨਾ ਪਊ। ਹੁਣ ਬਿੰਦੀ ਨਾ ਲਾਓਗੇ ਤੇ ਫਾਰਸੀ ਦਾ ਸ਼ਬਦ ਨਹੀਂ ਬਣੇਗਾ, ਪੇਸ਼ ਦਾ ਅੱਗੇ। ਐਸੇ ਕਵੀਆਂ ਦੇ ਵੀ ਸ਼ਬਦ ਹੈਗੇ ਨੇ। ਪ੍ਰਸ਼ੀਨ ਦਾ ਇੱਕ ਬਾਦਸ਼ਾਹ ਹੋਇਆ, ਉਹਨੇ ਲਿਖਿਆ ਹੈ ਕਿ ਯੱਕੇ ਮੁਰਗ ਦੀਦਮ ਨਾ ਪਾਉ ਨਾ ਪਰ, ਨਾ ਅਜਸ਼ਕ ਮੇ ਮਾਦਰ ਨਾ ਪਾਦਰ ਪਿਦਰ, ਨਾ ਬਰ ਆਸਮਾਂ ਨਾ ਜ਼ੇਰੇ ਜ਼ਮੀ, ਹਮੇਸ਼ਾ ਖੁਰਦ ਗੋਸ਼ਤੇ ਆਦਮੀ। ਇਹ ਫਾਰਸੀ ਦਾ ਹੈ। ਉਹ ਕਹਿੰਦਾ ਇੱਕ ਪੰਛੀ ਵੇਖਿਆ ਹੈ, ਨਾ ਆਕਾਸ਼ ਤੇ ਰਹਿੰਦਾ ਹੈ, ਨਾ ਜ਼ਮੀਨ ਤੇ, ਨਾ ਮਾਂ ਨੂੰ ਜੰਮਿਆ ਹੈ, ਨਾ ਉਹਦਾ ਪਿਓ ਹੈ, ਨਾ ਕੋ ਖਾਂਦਾ ਹੈ, ਨਾ ਖੰਭ ਨੇ ਨਾ ਪੈਰ ਨੇ। ਯੱਕੇ ਮੁਰਗ ਦੀਦਮ, ਯੱਕੇ ਦਾ ਅਰਥ ਇੱਕ, ਦੀਦਮ ਕਹਿੰਦੇ ਅੱਖਾਂ ਨੂੰ। ਦੀਦਨੇ ਦੀਦਾਰ ਸਾਹਿਬ ਕਸ ਨਹੀਂ ਇਸਕਾ ਮੋਲ। ਪਰ ਇਹ ਸ਼ਬਦ ਤਾਂ ਗੁਰੂ ਗ੍ਰੰਥ ਸਾਹਿਬ 'ਚ ਵੀ ਆਉਂਦੇ ਨੇ ਨਾ, ਪਰ ਜੇ ਬੋਲੀ ਤੋਂ ਜਾਣੂ ਹੀ ਨਹੀਂ, ਅਸੀਂ ਪੜ੍ਹਨਾ ਨਹੀਂ, ਫਿਰ ਸਾਨੂੰ ਸਮਝ ਕਿਤਨਾ ਪਵੇਗੀ, ਸ਼ੁੱਧ ਉਚਾਰਨਾ ਕਿਤਨਾ ਆਵੇਗਾ। ਕਹਿੰਦੇ ਇੱਕ ਮੁਰਗ ਪੰਛੀ ਵੇਖਿਆ ਮੈਂ, ਨਾ ਪਾਉ ਨਾ ਪਰ, ਨਾ ਉਹਦੇ ਪੈਰ ਨਾ ਉਹਦੇ ਖੰਭ ਨੇ, ਨਾ ਅਜਸ਼ਕ ਮੇ ਮਾਦਰ ਨਾ ਪਾਦਰ ਪਿਦਰ, ਨਾ ਮਾਂ ਨਾ ਪਿਓ, ਨਾ ਬਰ ਆਸਮਾਨ ਨਾ ਜ਼ੇਰੇ। ਇੱਥੇ ਜ਼ੇਰੇ ਕਰਨਾ ਪਊ, ਜ਼ੇਰੇ ਜ਼ਮੀ, ਜ਼ਮੀਨ। ਨਾ ਆਸਮਾਨ ਤੇ ਨਾ ਜ਼ਮੀਨ ਤੇ ਰਹਿੰਦਾ ਹੈ, ਤੇ ਨਾ ਖਾਂਦਾ। ਖਾਂਦਾ ਕੀ ਆ? ਹਮੇਸ਼ਾ ਖੁਰਦ ਗੋਸ਼ ਤੇ ਆਦਮੀ। ਆਦਮੀ ਦਾ ਮਾਸ ਖਾਂਦਾ ਹੈ, ਤੇ ਉਹ ਚਿੰਤਾ ਰੂਪੀ ਪੰਛੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਫਰਨਾਮਾ ਜਾਪ ਸਾਹਿਬ ਲਿਖਿਆ ਹੈ, ਇਹਨੂੰ ਪੜ੍ਹੋ। ਆਪ ਸਿੰਘ ਪਾਠ ਕਰਕੇ ਗਏ ਨਾ, ਨਿੰਦਰ ਸੁਹਰੀ। ਇਹ ਤਕਰੀਬਨ ਸਾਰੇ ਦਾਸ ਦੇ ਵਿਦਿਆਰਥੀ ਨੇ। ਜ਼ਫਰਨਾਮਾ ਇਹਨਾਂ ਸਾਰਿਆਂ ਨੂੰ ਮੈਂ ਹੀ ਪੜ੍ਹਾਇਆ। ਮੈਂ ਹਜ਼ੂਰ ਸਾਹਿਬ ਬਾਬਾ ਜੀ ਨੇ ਘੱਲਿਆ, ਬਾਬਾ ਦਇਆ ਸਿੰਘ ਸਾਹਿਬ ਜੀ ਨੇ ਪਹਿਲਾਂ ਇੱਥੋਂ ਪੜ੍ਹਿਆ ਸੀ, ਫਿਰ ਉੱਥੇ ਉਹਨਾਂ ਨੇ ਸਿੰਘ ਸਾਹਿਬਾਂ ਨੇ, ਭਾਈ ਕੁਲਵੰਤ ਸਿੰਘ 2000 ਵਿੱਚ ਜਥੇਦਾਰ ਬਣੇ ਸੀ। ਉਹਨਾਂ ਨਾਲ ਮੇਰਾ ਬੜਾ ਪਿਆਰ ਹੈ, ਦਿਲੀ ਪਿਆਰ ਹੈ। ਜਦੋਂ ਜਾਵਾਂ ਘਰੋਂ ਪ੍ਰਸ਼ਾਦਾ ਆਉਂਦਾ ਸੀ, ਮਾਤਾ ਘਲਦੀ, ਅੱਧਾ ਉਹ ਛਕਦੇ, ਅੱਧਾ ਮੈਨੂੰ ਛਕਾਉਂਦੇ ਸੀ। ਉਹਨਾਂ ਫਿਰ ਇੱਕ ਪੰਡਤ ਸੱਦਿਆ, ਸੰਸਕ੍ਰਿਤ ਦਾ ਵਿਦਵਾਨ, ਮੁੱਲਾ ਸੱਦਿਆ, ਫਾਰਸੀ ਦਾ ਤਜਰਬੇਕਾਰ। ਉਹਨਾਂ ਤੋਂ ਪੰਕਤੀਆਂ ਪੁੱਛ ਵੀ ਕਿਹੜਾ ਉਚਾਰਨ ਕਰਨਾ ਚਾਹੀਦਾ। ਹੁਣ ਕਲਗੀਧਰ ਜੀ ਚਮਕੌਰ ਦੀ ਜੰਗ ਲਿਖਦੇ ਨੇ, ਉੱਥੇ ਖਵਾਜਾ ਮਰਦ ਲੜਨ ਵਾਸਤੇ ਆਇਆ। ਮਰਦ ਕਹਿੰਦੇ ਬਲਵਾਨ ਨੂੰ, ਸੂਰਮੇ ਨੂੰ, ਤੇ ਮਾਰੇ ਕਹਿੰਦੇ ਨਹੀਂ ਮਰਦ ਨਹੀਂ, ਤੂੰ ਮਰਦੂਦ ਹੈ। ਮਾਰੇ ਕਹਿੰਦੇ ਖਵਾਜੇ ਮਰਦੂਦ ਛਾਇਆ ਦੀਵਾਰ, ਬਾ ਮੈਦਾਨ ਆਮਦ ਬਾ ਮਰਦਾਨ ਵਾਰ। ਮਾਰੇ ਕਹਿੰਦੇ ਤੂੰ ਮਰਦ ਨਹੀਂ, ਨਾ ਤੂੰ ਮਰਦ ਰਖਾਇਆ, ਪਰ ਮਰਦਾਂ ਵਾਲੀ ਗੱਲ ਨਹੀਂ, ਤੂੰ ਮਰਦੂਦ ਹੈ। ਫਾਰਸੀ ਵਿੱਚ ਮਰਦੂਦ ਕਹਿੰਦੇ ਬੁਜ਼ਦਿਲ ਨੂੰ, ਕਾਇਰ ਨੂੰ, ਡਰਾਕਲ ਨੂੰ ਕਹਿੰਦੇ ਮਰਦੂਦ। ਖਵਾਜੇ ਮਰਦੂਦ ਛਾਇਆ ਦੀਵਾਰ। ਜਾ ਓਏ ਸੂਰਮਾ ਖਵਾਉਣਾ, ਅਸੀਂ ਤੀਰ ਚਲਾਇਆ ਤੇ ਤੂੰ ਦੀਵਾਰ ਦੀ ਛਾਂ ਲੈ ਲਈ, ਓਟ ਲੈ ਕੇ ਓਲੇ ਹੋ ਗਏ ਹੋ। ਇਹ ਮਰਦਾਂ ਦਾ ਕੰਮ ਨਹੀਂ। ਤੀਰ ਨੂੰ ਰੋਕ ਦੋ ਜਾਂ ਛਾਤੀ ਤੇ ਝੱਲ ਦੋ, ਇਹ ਮਰਦਾਂ ਵਾਲੀ ਗੱਲ ਹੈ। ਬਾ ਮੈਦਾਨ ਆਮਦ ਬਾ ਮਰਦਾਨ ਵਾਰ। ਮਰਦ ਦੀ ਤਰ੍ਹਾਂ ਤੂੰ ਮੇਰੇ ਦੇ ਵਾਰ ਕਰ ਦੋ, ਤੇ ਮੈਂ ਵੀ ਮੰਨਦਾ ਤੂੰ ਮਰਦ ਹੈ, ਤੂੰ ਮਰਦੂਦ ਹੈ। ਬੜੀਆਂ ਪੰਕਤੀਆਂ ਕੇ ਗੁਰੂ ਨੇ ਲਿਖੀਆਂ ਨੇ। ਦਰੇਗਾ ਅਗਰ ਰੋਏ ਉਹ ਦੀਦ ਮੇ, ਬਾ ਯਕ ਤਿਆਰੀ ਲਾਚਾਰ बीच ਬਖਸ਼ੀਦ ਮੇ। ਇਹ ਚਾਲ ਹੈ ਜ਼ਫਰਨਾਮੇ ਦੀ ਅਸਲੀ ਚਾਲ ਜਿਹੜੀ। ਪਰ ਲੋਕੀ ਦੇ ਕਹਿੰਦੇ ਗਿਆਨੀ ਸਾਨੂੰ ਜਪਜੀ ਸਾਹਿਬ ਪੜ੍ਹਨ ਦਾ ਟਾਈਮ ਨਹੀਂ, ਤੇ ਜ਼ਫਰਨਾਮਾ ਕਿੱਥੋਂ ਪੜ੍ਹ ਲੈਣਗੇ, ਇਹ ਪੰਕਤੀਆਂ ਕਿੱਥੋਂ ਪੜ੍ਹ ਲੈਣਗੇ, ਬੜਾ ਮੁਸ਼ਕਿਲ ਹੋਵੇਗਾ। ਇੱਕੋ ਹੀ ਬੇਨਤੀ ਹੈ, ਗੁਰਬਾਣੀ ਨੂੰ ਸਮਝਣ ਵਾਸਤੇ ਗੁਰਬਾਣੀ ਦੇ ਅਰਥ ਸਮਝਣੇ ਜ਼ਰੂਰੀ ਹੈ, ਬੋਲੀਆਂ ਸਮਝਣੀਆਂ ਜ਼ਰੂਰੀ ਹੈ। ਗੁਰੂ ਗ੍ਰੰਥ ਸਾਹਿਬ 'ਚ ਬਹੁਤ ਬੋਲੀਆਂ ਨੇ। ਇਹ ਮਨ ਤੈਂਕੂ ਦੇਸਾਂ
ਬਿੰਦੀ ਲਾਉਣੀ ਪਊ। ਦੇਸਾਂ ਦਿੰਦਾ ਲੈਂਦੇ ਦੀ ਬੋਲੀ ਹੈ। ਤੇ ਜੇ ਹੀ ਆਪਣੇ ਬੜੇ ਰਹੇ ਆਪਣੇ ਕੰਮਾਂ 'ਚ ਵੀ ਅੰਗਰੇਜ਼ੀ ਪੜ੍ਹਾ ਦਿਓ ਮੁੰਡੇ, ਮੈਨੇ ਤਾਂ ਨਾ ਪੜ੍ਹਾਓ ਸਿਖਾ ਲਓ, ਪਰ ਅੰਗਰੇਜ਼ੀ ਮਗਰੀ ਦੁਨੀਆ ਪੈ ਗਈ। ਅੰਗਰੇਜ਼ੀ ਸਕੂਲ ਫਲਾਣਾ ਢੀਂਗੜਾ। ਆਪਣੀ ਮਾਂ ਨੂੰ ਛੱਡ ਕੇ ਲੋਕਾਂ ਦੇ ਘਰ ਜਗਰਾਤੇ ਕਰਦੇ ਫਿਰਦੇ ਹੋ। ਜਿਹੜੀ ਮਾਂ ਦਾ ਮੂੰਹ ਨਹੀਂ ਵੇਖਿਆ ਸਾਰੀ ਰਾਤ ਮਾਂ ਕਰਦੇ, ਤੇ ਆਪਣੀ ਮਾਂ ਭਾਵੇਂ ਦਵਾਈ ਤੋਂ ਬਿਨਾਂ ਮਰ ਜੇ ਅੰਦਰ, ਕੀ ਫਾਇਦਾ ਜਗਰਾਤੇ ਕਰਨ ਦਾ। ਪਹਾੜਾਂ ਵਾਲੀਆਂ ਤੇ ਸ਼ਹਿਰਾਂ ਵਾਲੀਆਂ, ਉਹ ਪਹਿਲਾਂ ਆਪਣੀ ਮਾਂ ਨੂੰ ਸਾਂਭੋ, ਆਪਣੀ ਬੋਲੀ ਨੂੰ ਸਾਂਭੋ। ਇਹ ਐਸੇ ਸ਼ਬਦ ਨੇ ਜਿਹੜੇ ਪੰਜਾਬੀ 'ਚ ਲਿਖੇ ਜਾ ਸਕਦੇ, ਅੰਗਰੇਜ਼ੀ ਵਿੱਚ ਨਹੀਂ ਲਿਖੇ ਜਾ ਸਕਦੇ। ਇਹ ਸੱਚੇ ਪਾਤਸ਼ਾਹ ਨੇ ਪੰਜਾਬੀ ਗੁਰਮੁਖੀ ਲਿਪੀ ਸਾਨੂੰ ਐਸੀ ਦਿੱਤੀ ਹੈ। ਇਹ ਵਿਦਿਆਲੇ ਖੋਲ੍ਹਣ ਦਾ ਮਤਲਬ ਹੀ ਇਹ ਹੈ। ਅਸੀਂ ਇਹਦੇ ਤੋਂ ਦੂਰ ਤੁਰੇ ਜਾਂਦੇ ਹਾਂ। ਇਹ ਸਥਾਨ ਦੇ ਮੁੱਢ ਬੰਨਣ ਵਾਲੇ ਭਾਈ ਜੋਗਿੰਦਰ ਸਿੰਘ ਸਾਹਿਬ ਜੀ, ਜੋ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਜੀ ਦੇ ਵਿਦਿਆਰਥੀ ਸੀ, ਗਿਆਨੀ ਵਿਰਿਆਮ ਸਿੰਘ ਜੀ ਦੇ ਪਿਤਾ ਜੀ, ਉਹਨਾਂ ਨੇ ਜਗ੍ਹਾ ਦਿੱਤੀ ਸੀ। ਉਹਨੇ ਕਿਹਾ ਮੈਂ ਟਕਸਾਲ 'ਚੋਂ ਪੜ੍ਹਿਆ, ਝੂਠ ਮਾਰਿਆ ਤੇ ਉਹ ਪੁੱਠੇ ਕੰਮ ਕਰਨ ਲੱਗ ਪਿਆ। ਬੜੀ ਪੁਰਾਣੀ ਗੱਲ ਹੈ, ਮੈਨੂੰ ਸੰਨ ਦਾ ਤੇ ਪਤਾ ਨਹੀਂ। ਅਸੀਂ ਵਿਆਹ ਗਏ ਸੀ ਕਿਤੇ ਸਿੱਖੀ ਸੇਵਕੀ ਵਿੱਚ, ਤੇ ਬੱਸ ਤੇ ਮੂਹਰੇ ਬੰਦੇ ਤੇ ਮੈਂ ਬੱਸ ਚਲਾਉਂਦਾ ਸੀ। ਗਿਆਨੀ ਜਿਹੜਾ ਬੋਲ ਗਿਆ ਵੀ ਆ ਜਾਓ, ਸਿੰਘ ਸਾਹਿਬ ਬਾਰੇ ਵੀ ਆਖਿਆ ਨਾ, ਮਾਮਾ ਜੀ ਨੇ ਇੱਥੇ ਆ ਗਏ। ਇੱਥੇ ਹੋਰ ਹੀ ਰੰਗ ਢੰਗ ਬਦਲੇ ਪਏ ਆਉਂਦਿਆਂ ਨੂੰ। ਮਨ ਬੜਾ ਦੁਖੀ ਹੋਇਆ ਵੀ ਇੱਕ ਸਿੰਘ ਨੇ, ਬਾਬਾ ਜੀ ਕਿਸੇ ਨੂੰ ਦੇਣਾ ਸਰੀਰ ਵਢਾਉਣ ਦੇ ਬਰਾਬਰ ਹੈ। ਸ਼ਹਿਰ ਦੀ ਜ਼ਮੀਨ ਕੌਣ ਕਿਸੇ ਨੂੰ ਦਿੰਦਾ। ਉਹਨਾਂ ਧੰਨ ਗੁਰੂ ਅਮਰਦਾਸ ਨੂੰ ਆਖਿਆ ਮਹਾਰਾਜ ਤੁਹਾਡੀ ਹੈ ਤੇ ਤੁਹਾਡਾ ਸਥਾਨ ਬਣੇ। ਪਰ ਇਹਨਾਂ ਦਾ ਇਮਤਿਹਾਨ ਹੋਇਆ। ਸਿੱਖੀ ਵਿੱਚ ਇਮਤਿਹਾਨ ਹੀ ਨਾ, ਪੇਪਰ ਵੀ ਹੈ। ਬੜੇ ਬੜੇ ਪੇਪਰ ਪੈਂਦੇ ਸਿੱਖੀ ਦੇ ਵਿੱਚ। ਤੇ ਇਹਨਾਂ ਵਿਚਾਰਿਆਂ ਨੂੰ ਉਹਨੂੰ ਕੱਢਣ ਵਾਸਤੇ ਕੁਰਬਾਨੀ ਕੀਤੀ ਦੋ ਭਰਾਵਾਂ ਨੇ। ਤੇ ਵਲਾਇਤ ਪਾਸ ਕਰਨੀ ਪਈ ਕਈ ਸਾਲ। ਸਿੰਘ ਬਤਾਇਆ ਵਲਾਇਤ ਪਾਸ ਆਂਦੇ ਨਾ, ਵਲਾਇਤ ਪਾਸ ਕਰਕੇ ਆਇਆ। ਪਰ ਇਹਨਾਂ ਦੀ ਕੁਰਬਾਨੀ ਅੱਜ ਰੰਗ ਲਿਆਈ ਹੈ। ਜੇ ਇੱਥੇ ਬੈਠੇ ਗੁਰੂ ਅਮਰਦਾਸ ਪਾਤਸ਼ਾਹ ਦੇ ਇੱਥੇ ਚਰਨ ਪਾਏ ਨੇ, ਤੇ ਜੇ ਉਹ ਡੋਲੀਆਂ ਖਡਾਉਣ ਵਾਲਾ ਰਹਿ ਜਾਂਦਾ ਤੇ ਫਿਰ ਇੱਥੇ ਸਭ ਭੂਤਾਂ ਪ੍ਰੇਤਾਂ ਦੀ ਬਾਸ਼ਨਾ ਹੋਣੀ ਸੀ। ਬੜੇ ਭਾਗ ਸੋਂ ਜਪਣਾ ਸੀ ਇਹਨਾਂ ਨੇ। ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ, ਕੋਈ ਢੋਲ ਢਮੱਕਾ ਸਰਵਰ ਦਾ, ਆਪ ਆਪਣੇ ਤੂਤੀਆਂ ਵੱਜਣੀਆਂ ਸੀ ਇੱਥੇ। ਤੇ ਗੁਰੂ ਨੇ ਕਿਰਪਾ ਕੀਤੀ, ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ। ਇਹਨਾਂ ਨਾਲ ਜੇਲ੍ਹ 'ਚ ਬੈਠਾ ਸੌਦੇ ਵੀ ਬੜੇ ਹੋਏ। 5 ਲੱਖ ਰੁਪਈਆ ਦੇ ਦਿਓ, ਫੈਸਲਾ ਕਰਾ ਦਿੰਦੇ ਆ। ਆਹ ਜਗ੍ਹਾ ਸਾਨੂੰ ਦੇ ਦਿਓ, ਕਰਾ ਦਿੰਦੇ ਆ। ਪਰ ਇਹਨਾਂ ਆਖਿਆ ਇਸੇ ਜਗ੍ਹਾ ਦੇ ਕਰਕੇ ਤੇ ਅਸੀਂ ਕੁਰਬਾਨੀ ਦਿੱਤੀ। ਸਾਡਾ ਸਰੀਰ ਰਵੇ ਚ ਨਾ ਰਵੇ, ਜਿਹੜਾ ਵੀ ਸੇਵਾ ਕਰੂ ਗੁਰੂ ਅਮਰਦਾਸ ਦਾ ਸਥਾਨ ਬਣ ਜਾਵੇ। ਇਹ ਬਹੁਤ ਵੱਡੀ ਸ਼ਰਧਾ ਤੇ ਪਿਆਰ ਦੀ ਗੱਲ ਹੈ। ਕਿਉਂਕਿ ਬੱਚੇ ਕਿਹਦੇ ਸੀ? ਜਿਨ੍ਹਾਂ ਨੇ ਬ੍ਰਹਮ ਗਿਆਨੀਆਂ ਨਾਲ ਸੰਗਤ ਕੀਤੀ, ਮਿਲਾਪ ਕੀਤਾ। ਅੱਜ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਦੇ ਅਸਥਾਨ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਰੱਖਣਾ ਹੈ। ਬਾਬਾ ਬਿਧੀ ਚੰਦ ਸਾਹਿਬ ਦਲਪਨ ਦੇ ਮੁਖੀ ਬਾਬਾ ਅਵਤਾਰ ਸਿੰਘ ਸਾਹਿਬ ਜੀ ਤਕਰੀਬਨ 3 ਵਜੇ ਕਹਿੰਦੇ ਸੀ, 4 ਹੀ ਵੱਜ ਸਕਦੇ, ਆਉਣਗੇ ਜ਼ਰੂਰ। ਇਹ ਵੀ ਉਹਨਾਂ ਹੁਕਮ ਕਰ ਦਿੱਤਾ ਵੀ ਸੰਗਤ ਆਈ ਹੋਣੀ ਹੈ, ਤੁਸੀਂ ਟੱਪ ਲਾ ਦਿਓ, ਅਸੀਂ ਹਾਜ਼ਰੀ ਲਾ ਜਾਵਾਂਗੇ। ਸਿੰਘ ਸਾਹਿਬ ਵੀ ਆਏ, ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਸਾਹਿਬ, ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਾਬਕਾ, ਗਿਆਨੀ ਚਰਨ ਸਿੰਘ ਜੀ ਵੀ ਆਏ ਨੇ। ਸਿੰਘ ਸਾਹਿਬ ਉਹ ਤੇ ਵੈਸੇ ਰਿਸ਼ਤੇਦਾਰੀ ਵੀ ਇਹਨਾਂ ਦੇ ਮਾਮਾ ਜੀ ਨੇ ਇਹਨਾਂ ਦੇ। ਤੇ ਆਪਾਂ ਤਕਰੀਬਨ 1:30 ਵਜੇ ਤਿਆਰੀ ਕਰਕੇ 2 ਵਜੇ ਟੱਪ ਲਾ ਦੇਣਾ ਹੈ। ਬਾਬਾ ਜੀ ਨੂੰ ਫੋਨ ਲਾ ਲੈਣਾ ਹੈ ਤੇ ਕਹਿਣਾ ਜੀ ਤੁਸੀਂ ਵੀ ਅਰਦਾਸ ਕਰੋ ਕਿ ਗੁਰੂ ਰਾਮਦਾਸ ਕਿਰਪਾ ਕਰਕੇ ਆਪ ਹੀ ਅਸਥਾਨ ਨੂੰ ਬਣਾ ਲੈਣ। ਧੰਨ ਗੁਰੂ ਅਮਰਦਾਸ ਜੀ ਦੇ ਪ੍ਰਤੀ ਮੈਂ ਤੁਹਾਡੇ ਨਾਲ 15 ਮਿੰਟ ਹੋਰ ਵਿਚਾਰ ਸਾਂਝੇ ਕਰਨੇ ਨੇ, ਕਿਉਂਕਿ 7-8 ਮਿੰਟ 12 ਤੋਂ ਉੱਤੇ ਹੋ ਗਏ ਸੀ। ਕਿਉਂਕਿ ਬਾਹਰ ਦੇ ਮੁਲਕ ਜਾਂਦੇ ਹਾਂ, ਸੂਈ ਐਂ ਊਂ ਨਹੀਂ ਹੁੰਦੀ। ਉਹ ਤੇ ਜਿੰਨਾ ਟਾਈਮ ਮਿਲਦਾ ਨਾ ਉਹਨੇ ਜੀ ਬੋਲਣਾ ਪੈਂਦਾ। ਇਹ ਸਾਡਾ ਘਰ ਆ, 5 ਮਿੰਟ ਵੱਧ ਮੈਂ ਲਾਉਣੇ ਨੇ, ਕਹਿ ਕੇ ਲਾਉਣੇ ਨੇ। ਗੁਰੂ ਅਮਰਦਾਸ ਪਾਤਸ਼ਾਹ ਨੇ ਸੇਵਾ ਕੀਤੀ ਹੈ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਗੁਰੂ ਘਰ ਦੀ। ਜਿਹੜਾ ਵੀ ਇਤਿਹਾਸਕਾਰ ਇਤਿਹਾਸ ਲਿਖਦਾ ਹੈ ਨਾ ਗੁਰੂ ਅਮਰਦਾਸ ਜੀ ਦਾ, ਉਹ ਸੇਵਾ ਦੇ ਪ੍ਰਤੀ ਜ਼ਰੂਰ ਲਿਖਦਾ ਹੈ ਕਿ ਗੁਰੂ ਅਮਰਦਾਸ ਜੀ ਨੇ ਸੇਵਾ ਕੀਤੀ। ਤੇ ਗੁਰੂ ਜੀ ਨੇ ਸੋਚਿਆ, ਜਿਹੜਾ ਉੱਠਦਾ ਕਹਿੰਦਾ ਗੁਰੂ ਅਮਰਦਾਸ ਜੀ ਨੇ ਸੇਵਾ ਕੀਤੀ, ਸੇਵਾ ਕੀਤੀ। ਉਹਨਾਂ ਇੱਕ ਬਾਣੀ ਵਿੱਚ ਪੰਕਤੀ ਲਿਖ ਦਿੱਤੀ ਉਹਨਾਂ ਦੇ ਪ੍ਰਤੀ ਗੁਰੂ ਰਾਮਦਾਸ ਜੀ ਨੇ।
और बाणी दे विच बचन कह दिते कि गुरु ने जे सेवा की है तो किस भावना ना की है तो किस तरह की है। क्योंकि सा सेवा की सफल है जित सतगुर का मन मन्ने। वो सेवा सफल है जिते गुरु का मन पतीज जाए कि यह वाकया सेवादार है। नहीं तो जिन्नी मर्जी सेवा करी जाइए थां नहीं पैंदी। जिहदी सेवा करनी है वह हुक्म मनना भी बहुत जरूरी है। चल इंज कह लो मैं मन लेना जी। आप सेवा नूं काम काज ही समझते हैं कि काम काज ही सेवा है तो ये विचार गलत होएगी। आपां वेखिया है कि पिंडां दे विच रहिंदे आए आ, कईयां दा काम ही काम काज करना उन्हां दा किता ही ये है सारे परिवार का। पिंडां विच एक खूही हुंदी सी, मैं अखीं वेखिया, ते दो भी हुंदियां सी। दो किथे हुंदियां सी जिथे अछूत लोग रहिंदे सी, जिन्हां लोग अछूत नीवें मनदे सी उन्हां दी खूही वखरी हुंदी सी पिंडां 'च उन्हां समयां विच, क्योंकि इन्नी जागरता नहीं सी। ये गुरु ने जागरता लियांदी भी जिहड़ा मर्यादा विच आ जे, गुरु दा बन जे, खंडे बट दा अमर छक लवे, वो अछूत नहीं हुंदा, वो खालसा सज जांदा। अपनी खूही ते अछूत नूं तगड़े लोग चढ़ नहीं सी दिंदे। अछूत अपना पानी आपे भरदे सी ते तगड़े घरां दा पानी झीवर भरदे सी। मैं आप देखिया साडे घरां 'च घड़े पए हुंदे सी, उन्हें सवेरे आ जाना खूही तो घड़ा भरना, घड़े 'च लद जाना, 4-4 5-5 घड़े हुंदे सी, इस तरह पानी ढोना। मेरे कहण दा मतलब भी गुरु अमरदास दा एक गागर लिआउंदे सी ते वो शायद पानी ढोंदा, उन्होंने किसी गुरु नहीं बना दिता झीवर नूं। जे काम काज ही सेवा ते गुरु अमरदास नूं तां गुरु पद मिल गया, उन्होंने क्यों नहीं मिलिया झीवर ने ना पानी धोता? नहीं, जिथे तन की सेवा है उथे मन की भी सेवा है। मन नूं गुरु नाल जोड़ना। तुसीं उन्हां दे इतिहास नूं पढ़ो, जदों बीबी अमरो जी तो ये शब्द सुन लिया ना, पहलां पुछदे सी भी रब नूं मिलना, कर्मकांड सी, कहंदे यात्रा कर, तीर्थ किहड़ा चंगा, गंगा जा तुर पै। बड़ियां यात्रा कीतियां पर मिलिया कोई, क्योंकि पानी विच मक्खन नहीं, पानी रिड़की जाओ मक्खन नहीं निकलना। खेचलता की पर मक्खन ना मिले। कबीर साहब इस गल नूं समझ गए सी। तुसीं हैरान होवोगे, कबीर साहब गंगा ते रहिंदे कदी गंगा विच नहाउण नहीं गए। मैं नहीं कहंदा उन्हां दी बाणी आंदी, रामानंद तुरया जांदा, रस्ते लम्मे पै गए ते ठुड्डा वज्जा किनू? रामानंद नूं। भाई गुरदास लिखते हैं, होए बरखत बनारसी रहिंदा रामानंद गोसाई, भलके उठ के जांदा गंगा नहावन भाई, अगों दी जाए के लम्मा पया कबीर तथाई, पैरों टुंब उठा लिया बोलो राम सिख समझाई। ते की कबीर गंगा च वड़ गया ना? उन्हें सब कह दिता, कबीर गंगा तीर जो घर करे, पीवह निर्मल नीर, पर बिन हर भगत ना मुक्त होए, इउं के रमे कबीर। नहाई जा गंगा च, तू आनंदपुर जाके बना ला कोठी कि गुरु की खुशी लैनी है, करोड़ा रुपया ला ला, पर आनंदपुर का वासी नहीं बन सकता। आनंदपुर का वासी बनने वास्ते तेनों खंडे बट का अमृत छकना पवूगा, फिर तू आनंदपुर का वासी होवेगा। गल्लां नाल आनंदपुर का वासी नहीं, तू पाला 2 अरब की पाला, भावें कोठी केसगढ़ साहिब के नाल ला के जोड़ के पाला, मगरले बन्ने आनंदपुर का वासी तो नहीं हो सकता। तू किस तरह बन जाएगा? उन्होंने सो कहता, कबीर मन निर्मल भया जैसे गंगा नीर, मेरा तो मन ही गंगा के पानी वांग पवित्र हो गया। हुण तां पाछा लग गए हर फिर कहत कबीर कबीर। हुण कबीर नूं राम लभदा फिरदा। जे दुनियादारी ना सोचोगे, कहोगे कबीर बड़ा हंकारी आ, कि रब मेरे पिछे फिरदा, नहीं, वो भगत बछल तदे अपने भगतां दा प्यारा है,
ਉਹਨਾਂ ਦੇ ਮਗਰ ਮਗਰ ਫਿਰਦਾ, ਪਿਆਰ ਕਰਦਾ ਉਹਨਾਂ ਦੇ ਨਾਲ। ਕਿਉਂਕਿ ਜਿੰਨਾ ਚਿਰ ਮਨ ਪਵਿੱਤਰ ਨਹੀਂ, ਮਨ ਠੀਕ ਨਹੀਂ, ਉਹਨਾਂ ਚਿਰ ਰੱਬ ਨਹੀਂ ਮਿਲਦਾ। ਮਨ ਮੈਲੇ ਸਭ ਕੁਛ ਮੈਲਾ। ਮਨ ਮੈਲਾ ਹੋ ਗਿਆ, ਸਭ ਕੁਝ ਮੈਲਾ। ਇੰਦਰੀਆਂ ਤੁਹਾਡੀਆਂ ਮੈਲੀਆਂ, ਅੱਖਾਂ ਮੈਲੀਆਂ, ਪਰਾਇਆ ਰੂਪ ਤੱਕਣ ਗਈਆਂ, ਕੰਨ ਮੈਲੇ ਗੰਦੇ ਗੀਤ ਸੁਣਨਗੇ, ਜ਼ਬਾਨ ਬਕਵਾਸ ਕਰੂ ਦੁਨੀਆ ਭਰ ਦਾ, ਕੰਨ ਨਿੰਦਿਆ ਗੀਤ ਸੁਣ ਕੇ ਖੁਸ਼ ਹੋਣਗੇ। ਮਨ ਮੈਲੇ ਸਭ ਕੁਝ ਮੈਲਾ। ਮੈਂ ਇੱਕ ਹੋਰ ਥੋੜੀ ਜਿਹੀ ਗੱਲ ਕਰਦੇ ਹਾਂ। ਸਰੀਰ ਦੀਆਂ 3 ਭੁੱਖਾਂ ਨੇ। ਇੱਕ ਸਰੀਰਕ ਭੁੱਖ ਹੈ ਪ੍ਰਸ਼ਾਦੇ ਦੀ, ਮਨ ਨੂੰ ਭੁੱਖ ਹੈ ਵਿਚਾਰਾਂ ਦੀ, ਆਤਮਾ ਨੂੰ ਭੁੱਖ ਹੈ ਰੱਬ ਨਾਲ ਮਿਲਣ ਦੀ। ਚੰਗੀ ਗ਼ਿਜ਼ਾ ਨਾਲ ਸਰੀਰ ਪਲਦਾ ਹੈ। ਕੱਚੇ ਕੋਠੇ ਲਿੰਬਣਾ ਪੈਂਦਾ ਨਾ, ਇਹਨੂੰ ਵੀ ਲਿੰਬਣਾ ਪੈਂਦਾ ਚੰਗੀਆਂ ਖੁਰਾਕਾਂ ਨਾਲ। ਕਿਉਂਕਿ ਨਾਨਕ ਸੋ ਪਰ ਸਿਮਰੀ ਹੈ ਤਿਸ ਦੇਹੀ ਕੋ ਪਾਲ। ਜੇ ਪਾਲਣਾ ਫਿਰ ਸਿਮਰਨਾ ਤੇ ਪਾਲਣਾ ਪਵੇਗਾ। ਮਨ ਦੀ ਭੁੱਖ ਪ੍ਰਸ਼ਾਦੇ ਦੀ ਨਹੀਂ, ਪਰ ਵਿਚਾਰਾਂ ਦੀ ਭੁੱਖ ਹੈ। ਕੱਲਾ ਬੰਦਾ ਕਹਿੰਦਾ ਯਾ ਕੱਲਾ ਤੇ ਰੁੱਖ ਨਾ ਹੋਵੇ, ਮੈਂ ਦੁਖੀ ਹੋ ਗਿਆ, ਮੇਰੇ ਨਾਲ ਗੱਲ ਨਹੀਂ ਕਰਦਾ ਕੋਈ। ਤੇ ਇੱਕ ਹੋਰ, ਮਨ ਅੱਗੇ ਜਿੰਨੀਆਂ ਮਾੜੀਆਂ ਵਿਚਾਰਾਂ ਹੋਣਗੀਆਂ, ਮਨ ਓਨਾ ਹੀ ਖੁਸ਼ ਹੋਊਗਾ। ਜਿੰਨਾ ਫਿਲਮਾਂ ਵੇਖ ਕੇ, ਡਰਾਮੇ ਵੇਖ ਕੇ ਮਨ ਖੁਸ਼ ਹੁੰਦਾ, ਕਥਾ ਸੁਣ ਕੇ ਥੋੜਾ ਹੁੰਦਾ। ਤੇ ਬੀਬੀਆਂ ਗੱਲਾਂ ਕਰੀ ਜਾਂਦੀਆਂ, ਇਹ ਪੈਲਸ ਹੀ ਬਣਾਇਆ ਕਈਆਂ ਨੇ, ਪਤਾ ਹੀ ਨਹੀਂ ਕੀ ਲੈਣਾ। 99% ਲੋਕਾਂ ਨੂੰ ਪਤਾ ਨਹੀਂ ਗੁਰਦੁਆਰੇ ਕੀ ਲੈਣਾ ਹੈ ਤੇ ਕਿਉਂ ਆਏ ਆ। ਇੱਥੇ ਵੀ ਆਪਣੇ ਰਾਗ ਸ਼ੋਏ ਹੁੰਦੇ ਆ, ਪਰ ਗੁਰੂ ਤੇ ਆਂਦੇ ਰਹਿਤਨਾਮੇ ਵਿੱਚ, ਹਰ ਜਸ ਕਰਤੇ ਬਾਤ ਚਲਾਵੇ, ਕਹੇ ਗੋਬਿੰਦ ਸਿੰਘ ਜੰਮਪੁਰ ਜਾਵੇ। ਹਰੀ ਦੀ ਕਥਾ ਕੀਰਤਨ ਆਪਣੇ ਸੋਲੇ ਗਾਈ ਜਾਓਗੇ ਨਾ, ਤੇ ਜਮਾ ਨੂੰ ਡਾਇਰੈਕਟ, ਕੋਈ ਪੜਾ ਨਹੀਂ, ਸਿੱਧੇ ਹੀ ਕੜਾਚ ਕਰਕੇ ਰੱਕਾਂ ਵਿੱਚ ਵੱਜੋਗੇ ਮਹਾਰਾਜਾਂ ਦੇ। ਪੁੱਛਣ ਦੀ ਲੋੜ ਨਹੀਂ, ਟਿਕਟ ਹੀ ਉੱਥੋਂ ਦੀ ਮਿਲੂਗੀ। ਮਨ ਕੇ ਜਿੰਨੀਆਂ ਮਾੜੀਆਂ ਵਿਚਾਰਾਂ ਆਉਂਦੀਆਂ, ਮਨ ਓਨਾ ਖੁਸ਼ ਹੁੰਦਾ। ਪਰ ਜੇ ਕਿਤੇ ਮਨ ਨੂੰ ਚੰਗੀ, ਸਰੀਰ ਨੂੰ ਚੰਗੀ ਖੁਰਾਕ ਮਿਲ ਜੇ ਨਾ, ਬੰਦਾ ਨੀਂਦ ਚ ਆ ਕੇ ਸੌਂ ਜਾਂਦਾ। ਕਹਿੰਦੇ ਉਹ ਰੱਜਿਆ ਸੁੱਤਾ, ਕਹਿੰਦੇ ਵੀ ਪ੍ਰਸ਼ਾਦੇ ਛਕੇ ਭੁੱਖੀ ਚੜ ਗਈ ਹੈ। ਮਨ ਨੂੰ ਚੰਗੀ ਖੁਰਾਕ ਮਿਲ ਜਾਵੇ ਤੇ ਮਨ ਵੀ ਟਿਕਾ ਵਿੱਚ ਚਲਿਆ ਜਾਂਦਾ ਜੇ, ਮਨ ਵੀ ਟਿਕ ਜਾਂਦਾ ਜੇ। ਮਨ ਮੇਰੋ ਧਾਮਣ ਤੇ ਛੁੱਟਿਓ, ਕਰ ਬੈਠੋ ਵਿਸਰਾਮ। ਸੂਈ ਭੱਜੀ ਜਾਂਦੀ, 7 ਮਿੰਟ ਬਾਕੀ ਨੇ, ਮੈਂ ਮੋੜਾ ਪਾਵਾਂ। ਕਿਉਂਕਿ ਇੱਕ ਗੱਲ ਸ਼ੁਰੂ ਹੋ ਗਈ, ਮੁੱਕਦੀ ਨਹੀਂ। ਤੇ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਦੀ ਕਮਾਈ ਕੀਤੀ। ਜਿੱਥੇ ਸਰੀਰ ਦੀ ਕਮਾਈ ਕੀਤੀ, ਉੱਥੇ ਸ਼ਬਦ ਦੀ ਕਮਾਈ ਕੀਤੀ। ਸ਼ਬਦ ਨੂੰ ਆਪਣੇ ਹਿਰਦੇ ਅੰਦਰ ਵਸਾਇਆ। ਤੇ ਜਿਹੜਾ ਤੁਹਾਡੇ ਸਾਹਮਣੇ ਮੈਂ ਕਵਿੱਤ ਦੀ ਪੌੜੀ ਪੜ੍ਹੀ ਹੈ ਨਾ, ਅਖੀਰਲੀਆਂ ਪੰਕਤੀਆਂ ਤੁਸੀਂ ਸੁਣ ਲਈਆਂ, ਪਹਿਲੇ ਪ੍ਰਮਾਣ ਵੀ ਸੁਣ ਰਹੇ। ਮੈਂ ਅਖੀਰਲੀ ਪੰਕਤੀ ਦੀ ਗੱਲ ਕਰਕੇ ਅੱਗੇ ਜਾ ਕੇ ਸਮਾਪਤੀ ਕਰਦੇ ਹਾਂ। ਕਹਿੰਦੇ ਨੇ ਕਿ ਜੈਸੇ ਬਿਰਹਿਣੀ ਸੌਣ ਸਗਲ ਲਗਨ ਸੋਧਤ, ਤੇ ਜਿੰਨਾ ਚਿਰ ਪਧਾਰਨਾ ਨਾ ਮਿਲੇ ਪਤੀ, ਤੌਲੋ ਕਲਾਤ ਹੈ। ਤੈਸੇ ਖੋਜੀ ਖੋਜੇ ਅਲ ਕਮਲ ਕਮਲ ਗਤ। ਜਿਸ ਤਰ੍ਹਾਂ ਭੌਰਾ ਕਮਲ ਫੁੱਲ ਦੀ ਖੋਜ ਕਰਦਾ, ਮਕਰੰਦ ਝੂਸਦਾ, ਤੇ ਇੱਕ ਫੁੱਲ ਚੋਂ ਲੈਂਦਾ ਨਹੀਂ, ਰੱਜਦਾ ਦੂਜੇ ਤੀਜੇ। ਉਹਦੀ ਕਦੋਂ ਮੁੱਕਦੀ ਹੈ ਚਾਨਣਾ? ਜਦੋਂ ਸੂਰਜ ਅਸਤ ਜਾਂਦਾ, ਫੁੱਲ ਵਿੱਚ ਬੰਦ ਹੋ ਜਾਂਦਾ ਤੇ ਮੌਤ ਹੋ ਜਾਂਦੀ। ਗਾਂਧੀ ਆਉਂਦਾ, ਫੁੱਲ ਤੋੜਦਾ, ਨਾਲ ਹੀ ਭੌਰੇ ਦਾ ਤੇਲ ਕੱਢ ਛੱਡਦਾ। ਇਧਰ ਰੱਬ ਦੇ ਪਿਆਰੇ ਦੀ ਖੋਜ ਕਦੋਂ ਮੁੱਕਦੀ ਹੈ? ਜਦੋਂ ਪਰਮ ਪਦ ਵਿੱਚ ਸਮਾ ਜਾਵੇ, ਉਸ ਵਾਹਿਗੁਰੂ ਵਿੱਚ ਮਿਲ ਜਾਵੇ, ਲਏ ਹੋ ਜਾਵੇ, ਇੱਕ ਹੋ ਜਾਵੇ। ਤੇ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਵਾਰ ਵਿੱਚ ਹੋਰ ਹੀ ਬਚਨ ਕਹੇ ਨੇ, ਪੇਖਤ ਪੇਖਤ ਜੈਸੇ ਰਤਨ ਪਾਰਖ ਹੋਤ। ਪਾਰਖੂ ਬੰਦਾ ਕਦੋਂ ਬਣਦਾ? ਵੇਂਦਿਆਂ 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 ਰਤਨਾਂ ਨੂੰ, ਆਹ ਚੰਗੇ ਮਾੜੇ ਚੰਗੇ ਮਾੜੇ ਕਰਦਿਆਂ ਨੂੰ ਪਰਖ ਆ ਜਾਂਦੀ ਹੈ ਕਿਹੜਾ ਚੰਗਾ। ਸੁਨਤ ਸੁਨਤ ਜੈਸੇ ਗਾਇਨ ਗੁਨੀਨ ਹੈ, ਪੰਡਤ ਪ੍ਰਵੀਨ ਹੈ। ਪ੍ਰਵੀਨ ਪੰਡਤ ਵਿਦਵਾਨ ਬਣ ਜਾਂਦਾ ਸੁਣਦਿਆਂ ਸੁਣਦਿਆਂ। ਕਈ ਕਥਾ ਸੁਣਦੇ ਮੰਜੀ ਸਾਹਿਬ, ਉਹਨੀ ਗਿਆਨੀਆਂ ਨਹੀਂ ਆਉਂਦੀ, ਉਹਨਾਂ ਕਈ ਕੇ ਕਥਾ ਇਤਿਹਾਸ ਦੀਆਂ ਸੁਣੀਆਂ, ਉਹਨਾਂ ਨੂੰ ਪੁੱਛ ਲਓ ਕਿੱਥੇ ਕੀ ਆ, ਉਹ ਦੱਸ ਦੇਣਗੇ ਤੁਹਾਨੂੰ। ਸੁਣਦੇ ਨੇ
सुनत जैसे पंडित प्रवीण है। फिर कहते ने चाखत चाखत जैसे भोगी रस पीन है। ਜਿਹੜੇ चखण वाले ਆ ना वो चख के दस देंगे आ भी सब्जी च किहड़े किहड़े मसाले पए ने। ਇਹੋ ਜਿਹੇ लोग भी है क्योंकि रोज का काम है। ते गावत गावत जैसे गायन गुनीन है। गाउंदियां गाउंदियां गुणां विच समर्थ हो जाता। ते सुंघदियां सुंघदियां सुंघद जिहड़ा है वो सोंगा बन जाता। धरती नूं सूंघ के दस दिंदा खारा पानी है, कौड़ा पानी है, मिठा पानी। धरती सूंघ के दस दिंदा। पुराने समय खूह पुटदे पहले सोंघे नूं लियाउंदे सी कि सूंघ के दस ते पानी बैठा के करा। कहते चालत चालत जैसे पहुंचो ठिकानो जाए, खोजत खोजत गुर शब्द लिवलीन है। जिहड़ा बंदा चल पैंदा चलदा चलदा टिकाने ते पहुंच जाता है। कीड़ा दरख्त ते चढ़दा डिगदा चढ़दा कदी चढ़ ही जाता ना। यतन जिहड़ा करे हारदा नहीं। चलत चलत जैसे पहुंचो ठिकानो जाए, खोजत खोजत गुर शब्द लिवलीन है। खोजदियां खोजदियां बंदा शब्द विच जदों लिवलीन हो जाता है ना उदों रब विच मिलदा। बीज की सही यात्रा हो जाए, रुत ठीक होवे, बीज दो फाड़ ना होवे। क्योंकि जे एक होए तो उगवे, दो फाड़ नहीं उगदा। फिर रुत्ती हूँ रुत होए, रुत्ती रुत्तां चो रुत भी वो होवे। उहदी सही पालना यात्रा हो जाए तो एक दिन दरख्त बन जाता है। तो गुरु अमरदास पातशाह जी की गुरु अंगद साहब नाल मिल के यात्रा जदों संपूर्ण होई ना, फिर भट्टा नूं कहना पिया भले अमरदास गुण तेरे, तेरी उपमा तोहे बन आवे। सच्चे पातशाह तेरी उपमा तेनों ही बन आउंदी है, तेरे वर्गा कोई नहीं। आपे उपमा आपे उपमेय है। उपमा भी तू है, उपमेय भी तू है। किहदा प्रमाण दईए हुण? दई दी ना उपमा, फलाना चाकू फलानी तलवार वर्गा, पर तलवार ते नहीं ना। उपमा दई दी फलानी चीज फलानी वर्गी है, मगर ना तुहानूं कोई उपमा नहीं दी जा सकती फलाने नाल। तुसीं समर्थ हो। धन गुरु अमरदास पातशाह जी के पावन चरण छो अस्थान ते एकत्र होए हो। और महान हस्तियां भी इस समागम में आईयां। ज्ञानी जी ने, सदियां ने, बरियाम सिंह जी ने, अकाल दे साबका जथेदार ज्ञानी जोगिंदर सिंह जी वेदांती, सिंह साहब ज्ञानी चरण सिंह जी, ग्रंथी श्री हरमंदर सचखंड श्री दरबार साहब, होर भी बेअंत ज्ञानी जन, बेअंत विद्वान महापुरुख आ रहे ने। सारियां दा जियो आया नूं, सारियां दा धन्नवाद। और ज्ञानी जी का भी बहुत बहुत धन्नवाद जिन्हां ने ये सोच रखी है कि गुरु का स्थान बनना चाहिए है। क्योंकि जरूरी है, इन्हां दे पिता जी की वड्डी कुरबानी है। जिन्हां ने महापुरखों की संगत की, अपनी दसां नवां की किरत विचों जगह दी। चलो कोई समा इम्तिहान इस परिवार का होने वास्ते खराबी भी हुई, पर गुरु ने आप हथ दे के रख लिया। तो गुरु ने बल बख्शिया भाई बरियाम सिंह जी नूं दरबार बनाउण दा। सच्चे पातशाह का पावन दरबार जिहड़ा है वो अज नींह पत्थर रखण जा रहे हैं। बाबा विधि चंद साहब संप्रदा के मुखी बाबा अवतार सिंह साहब जी भी थोड़े समय तक अपने विच हाजिर हो जाणगे। 3 या 4 दे विच सच्चे पातशाह किरपा करन, इस परिवार दियां संगत दियां सदा चढ़दियां कला रहन। इस तरह ज्ञानी जी विद्याला चलाउण, गुरमति संथਿਆ विद्या जिहड़ी है बच्चों नूं पढ़ाउंदे रहन। ते रल मिल के तुसीं भाई सारिਆਂ हल्ला मार के ये गुरु का स्थान जिहड़ा इसनूं तैयार कराउणा है। समा हो गया, क्योंकि किसी एक प्रकार में मैं शुरू नहीं कर सकिया, क्योंकि समा सीमित सी। पहला हुक्म सी 1 घंटा कथा करनी है, पर कोई गल नहीं, समय नाल चलना बड़ा जरूरी है। इस करके फिर ज्ञानी जी ने बोल भी दिता भी कुछ गुरमत विद्या बारे कुछ बचन करियो। इस करके दास ने इन्ने क बचन कहे ने। ते बचन करदियां अनेक प्रकार दीयां त्रुटियां गलतियां हो जांदियां ने। सच्चे पातशाह समर्थ ने मेहरां करन, बख्शिशां करन। सारियां संगतां दा धन गुरु ग्रंथ साहिब दा कोटान कोट धन्नवाद। आओ जी
ਹਾਜ਼ਰੀ ਲਵਾਓ ਕਿ ਬਸ ਰਸਨਾ ਵਾਂਝੀ ਨਾ ਰਵੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।